ਸ਼੍ਰੀ ਅਕਾਲ ਦੋਸਤੋ, ਸਾਡਾ ਟੀਵੀ USA ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਗੱਲ ਕਰਦੇ ਹਾਂ 31 ਅਕਤੂਬਰ 1984 ਬਾਰੇ। ਕੀ ਹੋਇਆ 31 ਅਕਤੂਬਰ 1984 ਨੂੰ? ਚੜ੍ਹਿਆ 31 ਅਕਤੂਬਰ ਦਾ ਦਿਨ ਆਮ ਦਿਨਾਂ ਵਾਂਗ, ਪਰ ਜਦੋਂ ਛਿਪਿਆ ਤਾਂ ਆਪਦੇ ਪਿੱਛੇ ਆਪਦਾ ਇਤਿਹਾਸ ਛੱਡ ਗਿਆ। 31 ਅਕਤੂਬਰ ਨੂੰ ਭਾਰਤ ਦੀ ਆਇਰਨ ਲੇਡੀ ਕਹੇ ਜਾਣ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਇਹ ਕਤਲ ਉਹਦੇ ਬਾਡੀਗਾਰਡਾਂ ਵੱਲੋਂ ਕੀਤਾ ਗਿਆ। 31 ਅਕਤੂਬਰ ਦਾ ਦਿਨ ਭਾਰਤ ਦੀ ਹੀ ਨਹੀਂ ਦੁਨੀਆ ਦੀ ਰਾਜਨੀਤੀ ਵਿੱਚ ਇੱਕ ਵੱਡਾ ਭੁਚਾਲ ਲੈ ਕੇ ਆਇਆ। ਇਹ 31 ਅਕਤੂਬਰ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਆਪ ਦਾ ਨਾਮ ਦਰਜ ਕਰਾ ਗਿਆ। ਇਹ ਦਿਨ ਕੁਝ ਲੋਕਾਂ ਵਾਸਤੇ ਖਾਮੋਸ਼ੀ ਦਾ, ਨਮੋਸ਼ੀ ਦਾ ਤੇ ਕੁਝ ਲੋਕਾਂ ਵਾਸਤੇ ਖੁਸ਼ੀ ਦਾ ਦਿਨ ਸੀ, ਕੁਝ ਲੋਕਾਂ ਵਾਸਤੇ ਦੁੱਖ ਦਾ ਦਿਨ ਸੀ। ਜਿੱਥੇ ਇਹ ਕਤਲ ਨੇ ਦੁਨੀਆ ਦੀ ਰਾਜਨੀਤੀ ਵਿੱਚ ਭੁਚਾਲ ਖੜਾ ਕੀਤਾ, ਉੱਥੇ ਹੀ ਸਾਲਾਂ ਤੋਂ ਚੱਲੇ ਆ ਰਹੇ ਹਿੰਦੂ ਸਿੱਖ ਦੇ 9 ਮਾਸ ਦੇ ਰਿਸ਼ਤੇ ਦੀ ਭਾਈਚਾਰਕ ਸਾਂਝ ਤੇ ਸਵਾਲ ਖੜੇ ਕੀਤੇ। 9 ਮਾਸ ਦਾ ਜਿਹੜਾ ਰਿਸ਼ਤਾ ਸੀ ਹਿੰਦੂ ਸਿੱਖ ਭਾਈਚਾਰੇ ਦਾ, ਉਹਦਾ ਅਸਲੀ ਸੱਚ ਲੋਕਾਂ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ। ਅੱਜ ਤੁਹਾਨੂੰ ਅਸੀਂ ਬਹੁਤ ਇਹੋ ਜਿਹੇ ਤੱਥਾਂ ਨਾਲ ਮਿਲਵਾਵਾਂਗੇ, ਬਹੁਤ ਇਹੋ ਜਿਹੇ ਤੱਥ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਹੜੇ ਅੱਜ ਤੱਕ ਦੁਨੀਆ ਦੇ ਸਾਹਮਣੇ ਨਹੀਂ ਆਏ। ਕਿਉਂਕਿ 31 ਅਕਤੂਬਰ ਦਾ ਦਿਨ ਭਾਰਤ ਦੇ ਹੀ ਨਹੀਂ ਦੁਨੀਆ ਦੇ ਇਤਿਹਾਸ ਵਿੱਚ ਇੱਕ ਅੱਡ ਤੋਂ ਜਾਣਿਆ ਜਾਣ ਵਾਲਾ ਦਿਨ ਹੈ। ਕਿਉਂਕਿ ਇਸ ਦਿਨ ਬਹੁਤ ਵੱਡਾ ਕੰਮ ਹੋਇਆ, ਸਿੱਖਾਂ ਲਈ ਖੁਸ਼ੀ ਦਾ ਦਿਨ ਹੋਇਆ। ਇੰਦਰਾ ਗਾਂਧੀ ਨੂੰ ਚਾਹੁਣ ਵਾਲੇ ਲੋਕਾਂ ਲਈ ਜਾਂ ਕਾਂਗਰਸ ਦੇ ਲੀਡਰਾਂ ਲਈ ਬਹੁਤ ਦੁੱਖ ਦਾ ਦਿਨ ਸੀ। ਅੱਜ ਦੇ ਦਿਨ ਨਾਲ ਇੱਕ ਨਹੀਂ ਸਗੋਂ 2 ਕਹਿ ਲਈਏ ਆਪਾਂ, ਜਾਂ ਇਦੋਂ ਵੀ ਜ਼ਿਆਦਾ ਘਟਨਾਵਾਂ ਜੁੜੀਆਂ ਹੋਈਆਂ ਨੇ। ਅੱਜ ਦੇ ਦਿਨ ਇੱਕ ਤਾਂ ਇੰਦਰਾ ਗਾਂਧੀ ਦਾ ਕਤਲ ਹੋਇਆ, ਤੇ ਇੰਦਰਾ ਗਾਂਧੀ ਦੇ ਕਤਲ ਤੋਂ ਕੁਝ ਘੰਟੇ ਬਾਅਦ ਤਕਰੀਬਨ 6 ਵਜੇ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ। ਗਿਣੀ ਮਿਤੀ ਸਾਜ਼ਿਸ਼ ਦੇ ਅਧੀਨ ਹੋਇਆ, ਉਹ ਵੀ ਤੁਹਾਨੂੰ ਦੱਸਾਂਗੇ। ਉਹ ਇੱਕ ਅੱਡ ਕਹਾਣੀ ਹੈ ਕਿ ਉਸ ਦਿਨ ਕੀ ਹੋਇਆ। ਆਪਾਂ ਗੱਲ ਕਰਦੇ ਹਾਂ ਸਿਰਫ 31 ਅਕਤੂਬਰ ਦੀ, ਯਾਨੀ ਕਿ ਅੱਜ ਦੀ। ਇੰਦਰਾ ਗਾਂਧੀ ਨੂੰ ਆਇਰਨ ਲੇਡੀ ਕਿਹਾ ਜਾਂਦਾ ਸੀ। ਉਹਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ, ਉਹਨਾਂ ਵਿੱਚੋਂ ਇੱਕ ਤੁਹਾਡੇ ਨਾਲ ਮੈਂ ਸਾਂਝੀ ਕਰਦਾ। 1967 ਦੇ ਚੋਣ ਪ੍ਰਚਾਰ ਦੇ ਵਿੱਚ ਭੁਵਨੇਸ਼ਵਰ ਸ਼ਹਿਰ ਦੇ ਵਿੱਚ ਇੰਦਰਾ ਗਾਂਧੀ ਚੋਣ ਪ੍ਰਚਾਰ ਕਰ ਰਹੀ ਸੀ। ਉੱਥੋਂ ਕਿਸੇ ਬੰਦੇ ਨੇ ਇੱਕ ਪੱਥਰ ਚੱਕ ਕੇ ਇੰਦਰਾ ਗਾਂਧੀ ਬੰਨੀ ਮਾਰਿਆ ਤੇ ਉਹ ਇੰਦਰਾ ਗਾਂਧੀ ਦੇ ਨੱਕ ਤੇ ਲੱਗਿਆ। ਇੰਦਰਾ ਗਾਂਧੀ ਦੇ ਨੱਕ ਦੀ ਹੱਡੀ ਟੁੱਟ ਗਈ। ਉਸ ਤੋਂ ਬਾਅਦ ਉਹਦੇ ਸਲਾਹਕਾਰਾਂ ਨੇ ਕਿਹਾ ਕਿ ਤੁਹਾਨੂੰ ਹੁਣ ਹੌਸਪੀਟਲਾਈਜ਼ ਕਰਨਾ ਪਏਗਾ, ਹੌਸਪੀਟਲ ਦੀ ਲੋੜ ਹੈ। ਅਤੇ ਉਹਨਾਂ ਨੇ ਕਿਹਾ ਕਿ ਨਹੀਂ, ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੌਸਪੀਟਲ ਜਾਇਆ ਜਾਊਗਾ। ਉਹਨਾਂ ਨੇ ਇੱਕ ਖੂਨ ਰੋਕਣ ਵਾਸਤੇ ਬੈਂਡੇਜ ਲਾਈ ਅਤੇ ਆਪਦੇ ਚੋਣ ਪ੍ਰਚਾਰ 'ਚ ਲੱਗ ਗਈ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਜੋ ਇੰਦਰਾ ਗਾਂਧੀ ਨਾਲ ਜੁੜੀਆਂ ਹੋਈਆਂ ਹਨ। 30 ਅਕਤੂਬਰ ਨੂੰ ਇੰਦਰਾ ਗਾਂਧੀ ਨੇ ਭਾਸ਼ਣ ਦਿੱਤਾ। ਆਪਣਾ ਚੋਣ ਪ੍ਰਚਾਰ ਚੱਲ ਰਿਹਾ ਸੀ। ਤਕਰੀਬਨ 3 ਮਹੀਨੇ ਬਾਅਦ ਆਮ ਚੁਣਾਵ ਸੀ। ਚੁਣਾਵ ਦੇ ਵਿੱਚ ਇੰਦਰਾ ਗਾਂਧੀ ਆਪਦੇ ਆਪ ਨੂੰ 5ਵੀਂ ਵਾਰ ਭਾਰਤ ਦੀ ਪ੍ਰਧਾਨ ਮੰਤਰੀ ਵੇਖ ਰਹੀ ਸੀ। ਸੁਪਨਾ ਸੀ ਉਹਦਾ 5ਵੀਂ ਵਾਰ ਉਹ ਪ੍ਰਧਾਨ ਮੰਤਰੀ ਬਣੇਗੀ, ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ। ਉਹਨੇ
ਆਪਦਾ ਭਾਸ਼ਣ ਜੋ 30 ਤਰੀਕ ਨੂੰ ਦਿੱਤਾ। ਵੈਸੇ ਤਾਂ ਜੋ ਵੀ ਭਾਸ਼ਣ ਦਿੰਦੀ ਸੀ ਉਹ ਸਾਰੇ ਲਿਖੇ ਜਾਂਦੇ ਸੀ, ਪਰ 30 ਤਰੀਕ ਨੂੰ ਜੋ ਆਪਦਾ ਭਾਸ਼ਣ ਦਿੱਤਾ ਉਹ ਲਿਖੇ ਹੋਏ ਭਾਸ਼ਣ ਤੋਂ ਅੱਡ ਸੀ। ਉਹਨੇ ਆਪਦੇ ਭਾਸ਼ਣ ਦੇ ਵਿੱਚ ਕਿਹਾ ਕਿ ਮੈਂ ਰਹਾਂ ਨਾ ਰਵਾਂ, ਮੇਰੇ ਖੂਨ ਦਾ ਇੱਕ ਇੱਕ ਕਤਰਾ ਭਾਰਤ ਨੂੰ ਮਜ਼ਬੂਤ ਕਰੂਗਾ। ਸੋ ਹੋ ਸਕਦਾ ਹੈ ਉਹਨੂੰ ਆਪਦੀ ਹੋਣੀ ਦਾ ਪਤਾ ਲੱਗ ਗਿਆ ਹੋਵੇ ਕਿ ਉਹਦੇ ਨਾਲ ਕਦੋਂ ਵੀ ਕੋਈ ਦੁਰਘਟਨਾ ਹੋ ਸਕਦੀ ਹੈ, ਜਾਂ ਉਹਨਾਂ ਨੇ ਵੈਸੇ ਹੀ ਇਹ ਭਾਸ਼ਣ ਦਿੱਤਾ ਹੋਵੇ, ਲੋਕਾਂ ਨੇ ਉਸ ਨੂੰ 31 ਅਕਤੂਬਰ ਨਾਲ ਜੋੜ ਲਿਆ ਹੋਵੇ। ਪਰ ਕਿਸੇ ਦਾ ਕਤਲ ਹੋਵੇ ਤੇ ਉਹ ਇੱਕ ਦਿਨ ਪਹਿਲਾਂ ਆਪ ਦੇ ਬਾਰੇ ਇਹੋ ਜਿਹੇ ਵਿਚਾਰ ਰੱਖੇ ਤਾਂ ਜੋੜਨਾ ਬਣਦਾ ਵੀ ਹੈ। 31 ਅਕਤੂਬਰ ਮਹੀਨੇ ਦਾ ਲਾਸਟ ਦਿਨ ਸੀ। ਅੱਜ ਦੇ ਤਰ੍ਹਾਂ ਹੀ ਮਿੱਠੀ ਮਿੱਠੀ ਧੁੱਪ ਖਿੜੀ ਸੀ। ਇੰਦਰਾ ਗਾਂਧੀ ਨੇ ਇੱਕ ਬ੍ਰਿਟਿਸ਼ ਪੱਤਰਕਾਰ ਨੂੰ, ਜਿਹੜਾ ਉਹਨਾਂ ਦੀ ਜ਼ਿੰਦਗੀ ਤੇ ਇੱਕ ਫਿਲਮ ਬਣਾ ਰਿਹਾ ਸੀ, ਉਹਨਾਂ ਨੂੰ ਇੰਟਰਵਿਊ ਦੇਣਾ ਸੀ। ਉਹ ਪੱਤਰਕਾਰ ਪਹਿਲਾਂ ਵੀ 2 ਦਿਨ ਜਦੋਂ ਉਹ ਰੈਲੀ 'ਤੇ ਸੀ, ਇੰਦਰਾ ਗਾਂਧੀ ਉੜੀਸਾ ਦੇ ਵਿੱਚ ਰੈਲੀਆਂ ਚੱਲ ਰਹੀਆਂ ਸੀ, ਉਦੋਂ ਉਹਨਾਂ ਦੇ ਨਾਲ ਸੀ, ਉਹਨਾਂ ਦੀ ਦੇਖ ਰਿਹਾ ਸੀ ਕਿ ਉਹ ਕਿਵੇਂ ਭਾਸ਼ਣ ਕਰਦੀ ਹੈ, ਕਿਵੇਂ ਹੈ, ਕਿਉਂਕਿ ਉਹਨਾਂ ਨੇ ਫਿਲਮ ਬਣਾਉਣੀ ਸੀ। ਸੋ ਇਹ ਸਭ ਕੁਝ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਉਹ ਬੰਦਾ ਕਿਵੇਂ ਰਹਿੰਦਾ ਹੈ, ਕਿਵੇਂ ਖਾਂਦਾ ਹੈ, ਕਿਵੇਂ ਲੋਕਾਂ ਨਾਲ ਗੱਲਬਾਤ ਕਰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੋਟ ਕਰ ਰਿਹਾ ਸੀ। ਉਸ ਤੋਂ ਬਾਅਦ ਲਾਸਟ ਪੜਾਅ ਸੀ ਕਿ 31 ਅਕਤੂਬਰ ਨੂੰ ਜਿਹੜਾ ਉਹਨਾਂ ਦਾ 1.5 ਘੰਟੇ ਦਾ ਇੰਟਰਵਿਊ ਸੀ। ਉਸ ਤੋਂ ਬਾਅਦ ਇਹ ਡਾਕੂਮੈਂਟਰੀ ਫਿਲਮ ਬਣਨੀ ਸੀ। ਸੋ ਉਹ ਪੱਤਰਕਾਰ ਆਪਦਾ ਆਫਿਸ ਦੇ ਵਿੱਚ, ਕਾਂਗਰਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਆਫਿਸ ਸੀ ਉੱਥੇ ਉਹਨਾਂ ਦਾ ਵੇਟ ਕਰ ਰਹੇ ਸੀ, ਜਿੱਥੇ ਉਹਨਾਂ ਨੇ ਉਹਨਾਂ ਦਾ ਇੰਟਰਵਿਊ ਕਰਨਾ ਸੀ। ਕਹਿੰਦੇ ਹੈ ਵੈਸੇ ਇੰਦਰਾ ਗਾਂਧੀ ਕਹਿੰਦੀ ਸੀ ਕਿ ਬੰਦੇ ਨੂੰ 4 ਘੰਟੇ ਸੌਣਾ ਚਾਹੀਦਾ ਹੈ, 4 ਘੰਟੇ ਸੌਣ ਨਾਲ ਬੰਦੇ ਦੀ ਨੀਂਦ ਪੂਰੀ ਹੋ ਜਾਂਦੀ ਹੈ। ਅਤੇ ਉਹ ਆਪ ਵੀ ਇੱਦਾਂ ਹੀ ਕਰਦੇ ਸੀ। ਤਕਰੀਬਨ 12 ਵਜੇ ਉਹ ਸੌਂਦੇ ਸੀ ਅਤੇ ਸਵੇਰੇ 4 ਵਜੇ ਉੱਠ ਕੇ ਯੋਗਾ, ਕਸਰਤ ਵਗੈਰਾ ਕਰਦੇ ਸੀ। ਹੈਲਥ ਦਾ ਕਾਫੀ ਮੇਨਟੇਨ ਰੱਖਦੇ ਸੀ, ਹੈਲਥ ਨੂੰ ਕਾਫੀ ਚਿੰਤਤ ਸੀ ਹੈਲਥ ਦੇ ਬਾਰੇ ਇੰਦਰਾ ਗਾਂਧੀ, ਕਿਉਂਕਿ ਉਹਨਾਂ ਦੇ ਸ਼ੌਂਕ ਵੀ ਜਿਵੇਂ ਅਫਵਾਹਾਂ ਉੱਡਦੀਆਂ ਕੁਛ ਗਲਤ ਸੀ। ਸੋ ਆਪਾਂ ਅੱਜ ਗੱਲ ਸਿਰਫ ਇੰਦਰਾ ਗਾਂਧੀ 'ਤੇ ਹੀ ਕਰਾਂਗੇ, ਅਫਵਾਹਾਂ ਬਾਰੇ ਕਦੇ ਫੇਰ ਗੱਲ ਕਰਾਂਗੇ। ਕਹਿੰਦੇ 30 ਤਰੀਕ ਨੂੰ ਜਦੋਂ ਉਹ ਆਏ ਤਾਂ ਇੰਨੇ ਥੱਕੇ ਹੋਏ ਸੀ ਕਿ ਬਹੁਤ ਜ਼ਿਆਦਾ ਉਹਨਾਂ ਨੇ ਆਪਦੇ ਆਰ.ਕੇ. ਧਵਨ ਜਿਹੜੇ ਸਲਾਹਕਾਰ ਸੀ ਉਹਨਾਂ ਨੂੰ ਦੱਸਿਆ ਕਿ ਬਹੁਤ ਥਕਾਨ ਮਹਿਸੂਸ ਹੋ ਰਹੀ ਹੈ, ਪਰ ਫਿਰ ਵੀ ਉਸ ਰਾਤ ਉਹਨਾਂ ਨੂੰ ਨੀਂਦ ਨਹੀਂ ਆਈ। ਕਹਿੰਦੇ ਰਾਤ ਨੂੰ 2 ਵਜੇ ਜਦੋਂ ਸੋਨੀਆ ਗਾਂਧੀ ਨੂੰ ਦਮੇ ਦੀ ਪ੍ਰੋਬਲਮ ਹੋਈ, ਉਹ ਆਪਦੀ ਦਵਾਈ ਲੱਭਣ ਲਈ ਆਪਦੇ ਕਮਰੇ 'ਚੋਂ ਬਾਹਰ ਆਈ ਤਾਂ ਇੰਦਰਾ ਗਾਂਧੀ ਜਾਗ ਰਹੀ ਸੀ। ਉਹਨੇ ਉਹਦੀ ਹੈਲਪ ਕੀਤੀ ਦਵਾਈ ਦੇ ਲੱਭਣ 'ਚ। ਇੰਦਰਾ ਗਾਂਧੀ ਨੇ ਸੋਨੀਆ ਗਾਂਧੀ ਨੂੰ ਕਿਹਾ ਵੀ ਕਿ ਜੇ ਉਹਨੂੰ ਫੇਰ ਦਮੇ ਦੀ ਪ੍ਰੋਬਲਮ ਹੋਵੇ ਤਾਂ ਉਹਨੂੰ ਆਵਾਜ਼ ਮਾਰ ਲਏ, ਉਹ ਜਾਗਦੀ ਹੈ। ਉਸ ਰਾਤ ਸੁੱਤੀ ਨਹੀਂ। ਹੌਲੀ ਹੌਲੀ ਦਿਨ ਚੜ੍ਹਿਆ। ਇੰਦਰਾ ਗਾਂਧੀ ਨੇ ਹਲਕਾ ਨਾਸ਼ਤਾ ਕੀਤਾ। ਨਾਸ਼ਤੇ ਤੋਂ ਬਾਅਦ ਮੇਕਅਪ ਮੈਨ ਆ ਗਿਆ, ਜਿਹੜਾ ਇੰਦਰਾ ਗਾਂਧੀ ਦਾ ਮੇਕਅਪ ਕਰਦਾ ਸੀ, ਕਿਉਂਕਿ ਵੈਸੇ ਤਾਂ ਜੋ ਮੇਕਅਪ ਹੈ ਉਹ ਹਲਕਾ ਹੁੰਦਾ ਸੀ, ਪਰ ਅੱਜ ਉਹਨਾਂ ਦਾ ਇੰਟਰਵਿਊ ਸੀ ਕੈਮਰੇ ਦੇ ਸਾਹਮਣੇ, ਉਹ ਵੀ ਬਾਹਰ ਜਾ ਕੇ ਉਹਨਾਂ ਦੀ ਫਿਲਮ ਬਣਨੀ ਹੈ, ਕਿਤੇ ਨਾ ਕਿਤੇ ਉਹ ਉੱਥੇ ਵਿਖਾਈ ਜਾਊਗੀ। ਤਾਂ ਅੱਜ ਦਾ ਦਿਨ ਖਾਸ ਸੀ, ਵਧੀਆ ਉਹਨਾਂ ਦਾ ਮੇਕਅਪ ਹੋਇਆ। ਆਰ.ਕੇ. ਧਵਨ ਉੱਥੇ ਪਹੁੰਚ ਗਿਆ। ਆਰ.ਕੇ. ਧਵਨ ਨੇ ਇੰਦਰਾ ਗਾਂਧੀ ਨੂੰ ਮਖੌਲ ਵੀ ਕੀਤਾ ਕਿ ਮੈਡਮ ਅੱਜ ਤੁਸੀਂ ਬਹੁਤ ਮਤਲਬ ਜ਼ਿਆਦਾ ਮੇਕਅਪ ਕਰ ਰਹੇ ਹੋ ਅਤੇ ਸੋਹਣੇ ਵੀ ਬਹੁਤ ਲੱਗ ਰਹੇ ਹੋ। ਸੋ ਮੇਕਅਪ ਮੈਨ ਨੇ ਮੇਕਅਪ ਕੀਤਾ। ਉਸ ਤੋਂ ਬਾਅਦ ਇੱਕ ਨਾਰੰਗੀ ਜਾਂ ਕੇਸਰੀ ਰੰਗ ਦੀ ਸਾੜੀ ਆਪਾਂ ਕਹਿ ਲਈਏ ਉਹਨਾਂ ਨੇ ਪਾਈ, ਕਿਉਂਕਿ ਉਹ ਤੈਅ ਸੀ ਕਿ ਕੈਮਰੇ ਦੇ ਸਾਹਮਣੇ ਆਉਣਾ ਹੈ। ਸੋ ਡਾਰਕ ਕਲਰ ਹੋਣਾ ਚਾਹੀਦਾ ਹੈ।
एक भगवा रंग है जिहड़ा केसरिया है, वो हिंदू धर्म नूं रिप्रजेंट भी करता है, ये भी कारण हो सकता है। सो कई कारण सी, उन्होंने नारंगी रंग की केसरिया रंग की साड़ी पाई। एक सफदरजंग रोड इन्हां दा निवास सी। ਤੁਹਾਨੂੰ ਦੱਸ ਦਿਆਂ कि ਇੱਥੇ ਜਿਹੜਾ PM ਨਿਵਾਸ ਪਹਿਲਾਂ ਹੁੰਦਾ ਸੀ ਉਹ ਇੱਕ ਸਫਦਰਜੰਗ ਰੋਡ ਹੁੰਦਾ ਸੀ। ਉੱਥੇ 2 ਬੰਗਲੇ ਸੀ, ਇੱਕ ਦੇ ਵਿੱਚ ਇੰਦਰਾ ਗਾਂਧੀ ਦਾ ਘਰ ਸੀ ਤੇ ਇੱਕ ਦੇ ਵਿੱਚ ਇੰਦਰਾ ਗਾਂਧੀ ਆਪਦੇ ਆਏ ਹੋਏ ਮਹਿਮਾਨਾਂ ਨੂੰ ਮਿਲਦੀ ਸੀ। ਆਫਿਸ ਸੀਗਾ ਇੱਕ ਅਕਬਰ ਰੋਡ, ਉਹ ਵੀ ਇੱਕ ਗੇਟ ਦਾ ਫਾਸਲਾ ਸੀ। ਇੱਕ ਅਕਬਰ ਰੋਡ ਜਿਹੜਾ ਆਫਿਸ ਸੀ ਉੱਥੇ ਉਹਨਾਂ ਦਾ ਇੰਟਰਵਿਊ ਸੀ। 9:27 ਤੇ ਤਕਰੀਬਨ ਇੰਦਰਾ ਗਾਂਧੀ ਆਪਦੇ घर चों निकल के गेट पार करती है एक अकबर रोड वाले ऑफिस वन। उत्थे गेट ते सामने ड्यूटी ते खड़ा उन्हां दा बॉडीगार्ड सतवंत सिंह। तुहानूं दस दियां कि जदों इंदिरा गांधी आपदे घरों चली तां उन्हां दे नाल RK धवन एक उन्हां दा सहयोगी जो छतरी फड़ के उन्हां दे नाल चलदा सी। कुछ इंडो तिब्बत फोर्स के जवान सी जो उन्होंने सिक्योरिटी वास्ते हर दम इंदिरा गांधी के नेड़े रहिंदे सी। ये सी सब तो अगे इंदिरा गांधी, उस तो बाद RK धवन नाल छतरी वाला इन्हां दा सहयोगी, उस तो बाद इन्हां दे सिक्योरिटी दे अफसर। हुण सामने सतवंत सिंह खड़ा है। तुहानूं दस दियां कि सतवंत सिंह सिख सी, 10 साल तो पिछले इंदिरा गांधी की सिक्योरिटी सी। बाहर किते जदों इंदिरा गांधी गई तो कई बार सतवंत सिंह भी नाल गया। बहुत ज़्यादा भरोसा करती सी सतवंत सिंह ते इंदिरा गांधी। इंदिरा गांधी आपदे सिक्योरिटी गार्डां तो फेवरेट सिक्योरिटी गार्ड भी मानती सी सतवंत सिंह नूं। सो 5 महीने पहला ऑपरेशन ब्लू स्टार होया, हरमंदर साहब ते फौजी कार्रवाई हुई। वो फौजी कार्रवाई दी जिहड़ी परमिशन सी इंदिरा गांधी ने दित्ती। सो किते ना किते रॉक वाले खबर सी, भारतीय इंटैलीजेंस एजेंसी रॉ उन्होंने खबर दी कि जिन्ने भी सिख PM की सिक्योरिटी च ने सारे हटा दिते जाण, उन्हों का तबादला कर दिता जाए। सो किते उन्होंने कोई नुकसानिया ना जाए, PM नूं कोई नुकसान ना पहुँचा दे, क्योंकि उन्होंने हरमंदर साहब ते हमला होया, उन्होंने धार्मिक भावना नूं ठेस पहुँची है। तो हो सकता है कोई जज्बाती हो के इंदिरा गांधी नूं नुकसान पहुँचा दे। रॉ की जदों रिपोर्ट PMO कोले आई तो PMO ने जिहड़ी रिपोर्ट सी मन ली ते इंदिरा गांधी की सिक्योरिटी च तैनात सारे सिखां नूं सने बेअंत सिंह नूं हटाता। उन्हां दी ट्रांसफर का लैटर आ गया। उस तो बाद बेअंत सिंह इंदिरा गांधी नूं मिले। उन्होंने दस्सिया कि मैडम मेरा ट्रांसफर का लैटर आ गया है, पर मैं तुहाडी सिक्योरिटी च रहना चाहुंदा है। तो तकरीबन पिछले 10 साल तो सिक्योरिटी सी, इंदिरा गांधी का काफ़ी वाकफ भी सी। तो इंदिरा गांधी नूं भी इस गल का बुरा लग्या। उन्होंने कहा RK धवन नूं कि नहीं, ये मेरी सिक्योरिटी च ही रहूगा, इन्हां नूं एक सिख होने के कारण मेरी सिक्योरिटी चों नहीं कढ़िया जाऊगा। एक गल तो है ये, एक गल यह है कि पिछे किसी होर साजिश बुनी जा रही थी
जिस करके बेअंत सिंह नूं सिक्योरिटी च रखा गया। सो उस तो बाद ऑपरेशन ब्लू स्टार तो 3 महीने बाद तो 31 अक्तूबर 1984 तो 2 महीने पहला तकरीबन 5 महीने का वक्त सी विचाले एक विदेशी मेहमान आया भारत च PM नूं मिलन, तो जदों उन्होंने देखा कि उन्होंने सुरक्षा च बेअंत सिंह है तो उन्होंने भी उदों जिक्र किया कि तुसी ऑपरेशन ब्लू स्टार करवाया, सिखां दी होंद ते अटैक करवाया, उन्हों दी इज्जत समझदे वो सब तो वध, मतलब उन्होंने गुरु ते अटैक करवाया एक हिसाब का, तो तुहानूं खतरा नहीं जापदा कि सिख है तो कुछ भी कर सकता है। तो उन्होंने बेअंत सिंह के मोढे ते हथ रख के कहा कि जदों इहो जे सिख मेरे नाल ने उदों तक मेरा कोई कुछ नहीं बिगाड़ सकता। सो कई कहानियां जुड़ियां हुई ने। फिर जदों बेअंत सिंह का ट्रांसफर रद्द करता तो रॉ ने कहा कि ठीक है, जिन्ने सिख है उनकी सिक्योरिटी च लगे रहन दो, पर किसी भी हिसाब नाल 2 या 2 तो वध सिखां नूं इक्को थां ते ड्यूटी ना लाओ, क्यों कट्ठे ना होण दिओ, सिंगल करके तुसीं ड्यूटी ला दिओ, ताकि जे कोई कार्रवाई हुंदी भी है या कोई नुकसान पहुँचाउण की कोशिश करता भी है तो वह रोकिया जा सके। सो बेअंत सिंह की ड्यूटी सी उन्हां दे घर तो जदों गेट निकलदा सी सामने, ते सतवंत सिंह की ड्यूटी सी घर के बाहर लेयर हिसाब नाल सिक्योरिटी हुंदी है, गेट के बाहर, गेट के अंदर, फिर एक होर गेट, फिर अंदर सिक्योरिटी। सो इस हिसाब नाल सतवंत सिंह की बिल्कुल बाहर ड्यूटी सी। 31 अक्तूबर नूं सतवंत सिंह ने अपने जो उन्होंने ड्यूटी रोज़ उन्होंने दसदा सी कि अज थोड़ी ड्यूटी उत्थे है, ड्यूटी ऑफिसर नूं उन्होंने कहा कि अज मेरे पेट दे विच प्रॉब्लम है, मैनू दस्त लगे हुए ने, सो मैनू बार बार बाथरूम जाना पैंदा है, किरपा होगी जे तुसीं मेरी ड्यूटी बाथरूम के नेड़े लवा दो। किसी नूं शक नहीं होया, क्योंकि जो उन्होंने समस्या दसी वो जायज़ सी, बाथरूम घर के अंदर सी तो उन्होंने ड्यूटी भी अंदर लग गई। हुण जिहड़ा गेट एक सफदरजंग रोड वाले महल तो निकल के एक अकबर रोड वाले ऑफिस बनी जाता सी, उस गेट ते सतवंत सिंह की ड्यूटी लग गई, सामने बेअंत सिंह की ड्यूटी है, सारे आ रहे ने। इस दे विच एक होर भी गल दस दियां तुहानूं कि बेअंत सिंह जदों भी इंदिरा गांधी आउंदी सी उन्होंने सलूट करदा ते नमस्ते बुलाउंदा हुंदा सी। सो इंदिरा गांधी नूं भी पता सी, क्योंकि 10 साल तो रूटीन सी। इंदिरा गांधी भी बेअंत सिंह दी नमस्ते का हथ जोड़ के जवाब नमस्ते दिंदी सी। उस दिन भी उन्होंने पता सी कि हुण मैं बेअंत सिंह के कोले जा रही हाँ, बेअंत सिंह मैनूं नमस्ते बुलाऊगा, सलूट करूगा, तो मैं हथ जोड़ के उहदे नमस्ते का जवाब देना है। जदों ही वो बेअंत सिंह के थोड़ा जिहा कोल होए, क्योंकि उत्थों दी लंघना सी उन्होंने, तो बेअंत सिंह एक कदम अगे वध के होलस्टर अपने रिवॉल्वर ते हथ पाया ते सलूट मारिया। जो रिवॉल्वर ते हथ पाया, पहला तो उन्होंने लग्या कि भी ये कि जो सलूट मारिया तो उन्होंने लग्या कि सल्यूट कर रहा है, फिर नमस्ते कहा उन्होंने, नाल ही इंदिरा गांधी ने हथ जोड़ के नमस्ते का जवाब दिता। तो बेअंत सिंह ने आप दे सर्विस रिवॉल्वर 38 बोर .38 बोर रिवॉल्वर दियां 3 गोलियां इंदिरा गांधी वाल चलाइयां। ब्लाइंक फायरिंग
ਬਲੈਂਕ ਰੇਂਜ ਤੋਂ ਫਾਇਰ ਹੋਏ ਆ, ਬਹੁਤ ਨੇੜਿਆਂ ਤੋਂ। ਉਹ 3 ਗੋਲੀਆਂ ਛਾਤੀ ਤੇ ਢਿੱਡ ਦੇ ਵਿੱਚ ਲੱਗੀਆਂ। ਕਹਿੰਦੇ ਆ ਕਿ ਇੰਦਰਾ ਗਾਂਧੀ ਦਾ ਸਭ ਤੋਂ ਲਾਸਟ ਵਰਡ ਹੀ ਨਮਸਤੇ ਸੀ, ਕਿਉਂਕਿ ਉਸ ਤੋਂ ਬਾਅਦ ਉਹ ਤੋਂ ਬੋਲਿਆ ਨਹੀਂ ਗਿਆ। ਬੇਅੰਤ ਸਿੰਘ ਨੇ 3 ਗੋਲੀਆਂ ਚਲਾਤੀਆਂ। ਉਹਨਾਂ ਨੇ ਆਪ ਦਾ ਰਿਵਾਲਵਰ ਸਾਈਡ 'ਤੇ ਸਿੱਟਤਾ ਤੇ ਹੱਥ ਖੜੇ ਕਰ ਲਏ। ਉਸ ਤੋਂ ਬਾਅਦ ਜਦੋਂ ਉਹ ਡਿੱਗੀ, ਇੰਦਰਾ ਗਾਂਧੀ ਘਾਹ 'ਤੇ ਡਿੱਗੀ, ਤਾਂ ਬੇਅੰਤ ਸਿੰਘ ਨੇ ਸਤਵੰਤ ਸਿੰਘ ਨੂੰ ਕਿਹਾ ਕਿ ਹੁਣ ਚਲਾ ਗੋਲੀ। ਤਾਂ ਸਤਵੰਤ ਸਿੰਘ ਨੇ ਆਪਣੀ ਕਾਰਬਾਈਨ ਨਾਲ 27 ਗੋਲੀਆਂ ਮੈਗਜ਼ੀਨ 'ਚ ਹੁੰਦੀਆਂ ਨੇ, 27 ਦੀਆਂ 27 ਗੋਲੀਆਂ ਚਲਾਤੀਆਂ ਤੇ ਉਹ ਸਾਰੀਆਂ ਗੋਲੀਆਂ ਢਿੱਡ, ਛੱਤ ਤੇ ਲੱਤਾਂ ਤੇ ਵੱਜੀਆਂ। ਤਕਰੀਬਨ 30 ਗੋਲੀਆਂ ਇੰਦਰਾ ਗਾਂਧੀ ਨੂੰ ਵੱਜੀਆਂ। ਇੰਨੀ ਛੇਤੀ ਸਭ ਕੁਝ ਹੋਇਆ ਕਿ ਕਿਸੇ ਤੋਂ ਕੋਈ ਰਿਐਕਟ ਨਹੀਂ ਹੋਇਆ, ਕੋਈ ਰਿਐਕਸ਼ਨ ਨਹੀਂ ਹੋਈ। 25 ਸਕਿੰਟ ਪਹਿਲਾਂ ਪਹਿਲੀ ਗੋਲੀ ਚਲਾਈ ਬੇਅੰਤ ਸਿੰਘ ਨੇ, ਉਸ ਤੋਂ ਬਾਅਦ 2 ਗੋਲੀਆਂ ਹੋਰ ਬੇਅੰਤ ਸਿੰਘ ਨੇ ਚਲਾਈਆਂ, ਫਿਰ 27 ਗੋਲੀਆਂ ਸਤਵੰਤ ਸਿੰਘ ਨੇ ਚਲਾਈਆਂ। 30 ਗੋਲੀਆਂ ਚੱਲ ਪਈਆਂ। ਜਿੰਨੀ ਉਹਨਾਂ ਦੀ ਸਿਕਿਉਰਿਟੀ 'ਚ ਤੈਨਾਤ ਸੀ, ਉਹਨਾਂ ਨੇ PM ਕੋਲ ਭੱਜੇ। ਉਦੋਂ ਤੱਕ ਖੇਲ ਖਤਮ ਹੋ ਗਿਆ ਸੀ। ਸਤਵੰਤ ਸਿੰਘ ਨੇ ਵੀ ਆਪ ਦੀ ਕਾਰਬਾਈਨ ਸਿੱਟ ਕੇ ਹੱਥ ਖੜੇ ਕਰ ਲਏ, ਕਿਉਂਕਿ ਪਹਿਲਾਂ ਤੋਂ ਪਲਾਨ ਸੀ ਕਿ ਕਿਤੇ ਤੁਹਾਨੂੰ ਜਵਾਬੀ ਫਾਇਰਿੰਗ 'ਚ ਮਾਰ ਨਾ ਦੇਣ, ਤੁਸੀਂ ਆਪਣਾ ਵੈਪਨ ਛੁੱਟ ਕੇ ਸਰੈਂਡਰ ਕਰ ਦਿਓ। ਇੰਨੇ ਦੇ ਵਿੱਚ ਹੀ ਜਦੋਂ 30 ਗੋਲੀਆਂ ਫਾਇਰ ਹੋਈਆਂ PM ਹਾਊਸ ਦੇ ਵਿੱਚ, ਸਾਰੀ ਸਿਕਿਉਰਿਟੀ ਘਬਰਾ ਗਈ। ਸਾਰੀ ਸਿਕਿਉਰਿਟੀ ਉਸ ਗੇਟ ਵੱਲ ਭੱਜੀ। ਕਹਿੰਦੇ ਉਦੋਂ ਸੋਨੀਆ ਗਾਂਧੀ ਨਹਾ ਰਹੀ ਸੀ। ਉਸ ਟਾਈਮ ਘਰੇ ਸਿਰਫ ਇੰਦਰਾ ਗਾਂਧੀ ਤੇ ਸੋਨੀਆ ਗਾਂਧੀ ਹੀ ਸੀ। ਰਾਜੀਵ ਗਾਂਧੀ ਪੱਛਮੀ ਬੰਗਾਲ ਦੇ ਦੌਰੇ 'ਤੇ ਸੀ, ਚੁਣਾਵ ਪ੍ਰਚਾਰ ਦੇ ਵਿੱਚ ਬਿਜੀ ਸੀ। ਉਹਨਾਂ ਨੇ 1 ਦਿਨ ਬਾਅਦ ਆਉਣਾ ਸੀ। 30 ਗੋਲੀਆਂ ਵੱਜੀਆਂ। ਉਹ ਆਪਦੇ ਇੱਕ ਗਾਊਨ ਦੇ ਵਿੱਚ ਬਾਥਰੂਮ 'ਚ ਭੱਜੇ ਆਏ। ਸੋਨੀਆ ਗਾਂਧੀ, ਇੱਕ ਸਿਕਿਉਰਿਟੀ ਵਾਲੇ ਬੰਦੇ ਨੇ ਉਹਨਾਂ ਨੂੰ ਦੱਸਿਆ ਕਿ ਮੈਡਮ ਨੂੰ ਕਿਸੇ ਨੇ ਗੋਲੀ ਮਾਰਤੀ। ਇਹ ਉਸ ਚੀਜ਼ ਦੀ ਆਵਾਜ਼ ਸੀ। ਜਦੋਂ ਉਹਨਾਂ ਨੇ ਪੁੱਛਿਆ ਕਿ ਆਵਾਜ਼ ਕਾਹਦੀ ਆਈ, ਸੋ ਉਵੇਂ ਸੋਨੀਆ ਗਾਂਧੀ ਭੱਜੀ ਆਈ। ਉਦੋਂ ਤੱਕ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੂੰ ਕਾਬੂ ਕਰ ਲਿਆ ਸੀ ਤੇ ਇੰਦਰਾ ਗਾਂਧੀ ਨੂੰ RK ਧਵਨ ਨੇ ਚੱਕ ਲਿਆ ਸੀ। ਤੁਹਾਨੂੰ ਇੱਥੇ ਮੈਂ ਦੱਸ ਦਿਆਂ ਕਿ PM ਹਾਊਸ ਦੇ ਵਿੱਚ ਇੱਕ ਐਂਬੂਲੈਂਸ ਹਰ ਦਮ ਉਪਲਬਧ ਰਹਿੰਦੀ ਹੈ, ਪਰ 31 ਅਕਤੂਬਰ ਨੂੰ ਐਂਬੂਲੈਂਸ ਨਹੀਂ ਸੀ। RK ਧਵਨ ਨੇ ਆਵਾਜ਼ ਮਾਰੀ ਕਿ ਕੋਈ ਗੱਡੀ ਲਿਆਓ। ਇੱਕ ਬੰਦਾ ਤੇਜ਼ੀ ਨਾਲ ਗੱਡੀ ਲਿਆਇਆ, ਚਿੱਟੇ ਰੰਗ ਦੀ ਅੰਬੈਸਡਰ ਕਾਰ। ਉਹਨਾਂ ਨੂੰ ਉਹਦੇ ਵਿੱਚ ਪਾਇਆ। ਸੋਨੀਆ ਗਾਂਧੀ ਨੇ ਇੰਦਰਾ ਗਾਂਧੀ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤੇ ਏਮਸ ਵੱਲ ਤੁਰ ਪਏ। ਤਕਰੀਬਨ 4 ਕਿਲੋਮੀਟਰ ਦੀ ਦੂਰੀ PM ਨਿਵਾਸ ਤੋਂ ਏਮਸ ਦੀ। ਇੱਥੇ ਹੀ 2 ਗੱਲਾਂ ਸਾਹਮਣੇ ਹੈ। ਕੁਝ ਲੋਕ ਕਹਿੰਦੇ ਹੈ ਕਿ ਉਹਨਾਂ ਨੇ ਘਰੋਂ PM ਹਾਊਸ ਤੋਂ ਪਹਿਲਾਂ ਹੀ ਏਮਸ ਦੇ ਵਿੱਚ ਬੋਲ ਦਿੱਤਾ ਸੀ ਕਿ PM ਨੂੰ ਗੋਲੀ ਵੱਜ ਗਈ ਹੈ ਤੇ ਤੁਸੀਂ ਆਪਦੀ ਤਿਆਰੀ ਕਰ ਲਓ, ਉਹ ਏਮਸ ਆ ਰਹੇ ਹੈ। ਪਰ ਕੁਛ ਰਿਪੋਰਟਾਂ ਕਹਿੰਦੀਆਂ ਕਿ ਕਿਸੇ ਨੇ ਇਤਲਾਹ ਹੀ ਨਹੀਂ ਕੀਤੀ ਕਿ ਇੱਦਾਂ ਹੋ ਗਿਆ ਹੈ ਤੇ ਏਮਸ ਵੱਲ PM ਆ ਰਹੀ ਹੈ। ਸੋ ਜਦੋਂ ਉਹ ਗਏ, ਉੱਥੇ ਉਹਨਾਂ ਨੂੰ ਲਾਇਆ ਕੀਤਾ। ਡਾਕਟਰਾਂ ਨੇ ਵੇਖ ਕੇ ਹੀ ਸਮਝ ਲਿਆ ਕਿ ਹੁਣ ਇੰਦਰਾ ਗਾਂਧੀ ਇਸ ਦੁਨੀਆ 'ਤੇ ਨਹੀਂ ਹੈ। ਤਕਰੀਬਨ 9:28 'ਤੇ ਉਹਨਾਂ ਦੇ ਗੋਲੀਆਂ ਵੱਜਦੀਆਂ। ਤਕਰੀਬਨ 9:32-33 'ਤੇ ਉਹਨਾਂ ਨੂੰ ਏਮਸ ਦੇ ਵਿੱਚ ਲਿਜਾਇਆ ਜਾਂਦਾ ਹੈ। ਤਕਰੀਬਨ 40 ਮਿੰਟ 'ਤੇ ਭਰਤੀ ਕਰ ਲਿਆ ਜਾਂਦਾ ਹੈ। ਹੁਣ ਸਭ ਕੁਛ ਇੰਨਾ ਜਲਦੀ ਹੋ ਗਿਆ। ਮੌਕੇ 'ਤੇ
ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਕਾਬੂ ਕਰ ਲਿਆ, ਪਰ ਸਿਕਿਉਰਿਟੀ ਗਾਰਡਾਂ 'ਚ ਗੁੱਸਾ ਸੀ। ਉਹਨਾਂ ਨੇ ਬੇਅੰਤ ਸਿੰਘ ਤੇ ਗੋਲੀ ਚਲਾਈ। ਬੇਅੰਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਹਲੇ ਇੰਦਰਾ ਗਾਂਧੀ ਨੂੰ ਲੈ ਕੇ ਜਾ ਰਹੇ ਸੀ, ਉਦੋਂ ਹੀ ਹੋ ਗਿਆ ਸੀ, ਪਰ ਆਰ ਕੇ ਧਵਨ ਫਿਰ ਗੁੱਸੇ 'ਚ ਬੋਲਿਆ ਕਿ ਇਹਨਾਂ ਨੂੰ ਨਾ ਮਾਰੋ, ਇਹ ਜਿਉਂਦੇ ਸਾਡੇ ਵਾਸਤੇ ਜ਼ਿਆਦਾ ਇੰਪੋਰਟੈਂਟ ਨੇ। ਕਿਉਂਕਿ ਆਰ ਕੇ ਧਵਨ ਸਿਆਣਾ ਸੀ, ਉਹਨੂੰ ਜਾਣਦਾ ਸੀ ਕਿ ਇਹਨਾਂ ਨੂੰ ਮਾਰਤਾ ਤਾਂ ਪਤਾ ਨਹੀਂ ਲੱਗਣਾ ਕਿ ਇਹ ਸਭ ਕੁਝ ਪਿੱਛੇ ਹੱਥ ਕਿਹਦਾ ਹੈ। ਸੋ ਸਤਵੰਤ ਸਿੰਘ ਨੂੰ ਕਾਬੂ ਕਰਕੇ ਗਾਰਡ ਰੂਮ ਸੀ PM ਹਾਊਸ 'ਚ, ਜਿੱਥੇ ਜਦੋਂ ਡਿਊਟੀਆਂ ਚੇਂਜ ਹੁੰਦੀਆਂ ਸੀ ਤਾਂ ਗਾਰਡ ਆਪਣੇ ਡਰੈਸ ਚੇਂਜ ਕਰਦੇ ਸੀਗੇ, ਉੱਥੇ ਬੰਦੀ ਬਣਾ ਲਿਆ। ਸੋ ਬੇਅੰਤ ਸਿੰਘ ਮੌਕੇ 'ਤੇ ਮਰ ਗਿਆ। ਉੱਧਰ ਇੰਦਰਾ ਗਾਂਧੀ ਦਾ ਇਲਾਜ ਚੱਲਣ ਲੱਗ ਗਿਆ। ਉੱਥੋਂ ਕਿਸੇ ਨੇ ਰਾਜੀਵ ਗਾਂਧੀ ਨੂੰ ਵੀ ਇਤਲਾਹ ਕਰਤੀ ਕਿ PM ਨੂੰ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਗੋਲੀ ਮਾਰਤੀ ਹੈ। ਉਹ ਵੀ ਰੈਲੀਆਂ ਛੱਡ ਕੇ, ਆਪਣਾ ਚੋਣ ਪ੍ਰਚਾਰ ਛੱਡ ਕੇ ਵਾਪਸ ਦਿੱਲੀ ਪਰਤੇ। ਕੋਲਕਾਤਾ ਤੋਂ ਉਹਨਾਂ ਨੇ ਫਲਾਈਟ ਲਈ, ਫਿਰ ਆਪਦੀ ਗੱਡੀ 'ਚ ਏਮਸ ਆਏ। ਉੱਧਰ ਹੀ ਭਾਰਤ ਦੇ ਉਸ ਟਾਈਮ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਿਦੇਸ਼ ਦੌਰੇ 'ਤੇ ਸੀ। ਉਹਨਾਂ ਨੂੰ ਵੀ ਖਬਰ ਮਿਲੀ, ਉਹ ਵੀ ਆਪਦਾ ਵਿਦੇਸ਼ ਦੌਰਾ ਵਿੱਚ ਛੱਡ ਕੇ ਵਾਪਸ ਇੰਡੀਆ ਪਰਤੇ। PM ਦਾ ਇਲਾਜ ਚੱਲ ਰਿਹਾ ਹੈ। ਆਰ ਕੇ ਧਵਨ ਨੇ ਕਿਹਾ ਕਿ ਇਹ ਗੱਲ ਲੀਕ ਨਹੀਂ ਹੋਣੀ ਚਾਹੀਦੀ ਕਿ PM ਨੂੰ ਗੋਲੀ ਵੱਜ ਗਈ ਹੈ, ਕਿਉਂਕਿ ਜੇ ਗੱਲ ਲੀਕ ਹੋ ਗਈ ਤਾਂ ਕੁਝ ਵੀ ਹੋ ਸਕਦਾ ਹੈ, ਲੋਕ ਭੜਕ ਸਕਦੇ ਆ। ਸੋ ਤਕਰੀਬਨ 1:45 ਵਜੇ ਇੱਕ ਰੇਡੀਓ ਚੈਨਲ ਨੇ ਇੱਕ ਖਬਰ ਸੁਣਾਈ ਲੋਕਾਂ ਨੂੰ ਕਿ ਅੱਜ ਸਵੇਰੇ PM ਨੂੰ ਗੋਲੀ ਮਾਰਤੀ, ਉਹਨਾਂ ਦੇ ਅੰਗ ਰੱਖਿਆ ਮੰਨਿਓ, ਉਹਨਾਂ ਦੇ ਬਾਡੀਗਾਰਡਾਂ ਮੰਨਿਓ, ਤੇ PM ਦੀ ਮੌਤ ਹੋ ਗਈ। ਦਿੱਲੀ ਦੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਤੁਹਾਨੂੰ ਦੱਸ ਦਿਆਂ ਕਿ ਜਿਹੜਾ ਏਮਸ ਨੇ ਡੈਥ ਸਰਟੀਫਿਕੇਟ ਜਾਰੀ ਕੀਤਾ ਸੀ ਇੰਦਰਾ ਗਾਂਧੀ ਦਾ, ਉਹ 'ਤੇ ਵੀ 1:45 ਵਜੇ ਦਾ ਟਾਈਮ ਸੀ, 1:45 ਦਾ। ਸੋ ਜਿਵੇਂ ਗਿਆਨੀ ਜੈਲ ਸਿੰਘ ਵਿਦੇਸ਼ੀ ਦੌਰੇ ਤੋਂ ਭਾਰਤ ਪਰਤੇ ਤਾਂ ਇੱਕ ਵੱਡਾ ਹਾਦਸਾ ਹੋਇਆ। ਰਾਸ਼ਟਰਪਤੀ ਦਾ ਕਾਫਲਾ ਨਿਕਲ ਰਿਹਾ ਸੀ, ਏਮਸ ਵੱਲ ਜਾ ਰਿਹਾ ਸੀ ਏਅਰਪੋਰਟ ਤੋਂ, ਤਾਂ ਪਥਰਾਵ ਹੋ ਗਿਆ ਗਿਆਨੀ ਜੈਲ ਸਿੰਘ ਦੀ ਗੱਡੀ 'ਤੇ। ਉਹਨਾਂ ਦੇ ਸ਼ੀਸ਼ੇ ਟੁੱਟ ਗਏ। ਸਿਕਿਉਰਿਟੀ 'ਤੇ ਸਵਾਲੀਆ ਨਿਗਾਹ ਲੋਕਾਂ ਦੀ ਕਿ ਜਦੋਂ ਇੱਕ ਰਾਸ਼ਟਰਪਤੀ ਇੱਕ ਦੇਸ਼ ਦੇ 'ਤੇ ਹਮਲਾ ਹੋ ਸਕਦਾ, ਫਿਰ ਆਮ ਲੋਕਾਂ ਦੀ ਕੀ ਔਕਾਤ ਹੈ, ਕੀ ਉਹਨਾਂ ਦੀ ਸੇਫਟੀ ਹੈ। ਸੋ ਇੱਥੋਂ ਜਦੋਂ ਗਿਆਨੀ ਜੈਲ ਸਿੰਘ ਦੀ ਸਿਕਿਉਰਿਟੀ 'ਤੇ ਹਮਲਾ ਹੋਇਆ, ਗਿਆਨੀ ਜੈਲ ਸਿੰਘ ਦੀ ਗੱਡੀ 'ਤੇ ਹਮਲਾ ਹੋਇਆ, ਤਾਂ ਇੱਥੋਂ ਇੱਕ ਕਲੀਅਰ ਮੈਸੇਜ ਲੋਕਾਂ ਨੂੰ ਮਿਲ ਗਿਆ ਸੀ ਕਿ ਹੁਣ ਸਿੱਖਾਂ ਲਈ ਇਸ ਦੇਸ਼ ਦੇ ਵਿੱਚ ਕੋਈ ਥਾਂ ਨਹੀਂ। ਜਿਹੜੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਗੱਲ ਕਹੀ ਕਿ 9 ਮਾਸ ਦਾ ਰਿਸ਼ਤਾ, ਭਾਈਚਾਰਕ ਸਾਂਝ ਦਾ ਸੱਚ ਮੁਲਕ ਸਾਹਮਣੇ, ਪੂਰੇ ਸੰਸਾਰ ਸਾਹਮਣੇ, ਦੁਨੀਆ ਸਾਹਮਣੇ ਆਇਆ, ਉਹ ਇਹੀ ਸੀ ਕਿ ਇੱਕ ਦੋ ਬੰਦੇ PM ਨੂੰ ਮਾਰਦੇ ਆ ਅਤੇ ਉਹਦਾ ਬਦਲਾ ਪੂਰੀ ਸਿੱਖ ਕੌਮ ਤੋਂ ਲਿਆ ਜਾਂਦਾ ਹੈ। ਇਕੱਲਾ ਦਿੱਲੀ ਵਿੱਚ ਹੀ ਨਹੀਂ, MP, UP, ਦਿੱਲੀ, ਹਰਿਆਣਾ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਸਿੱਖਾਂ ਨੂੰ ਘਰੋਂ ਕੱਢ ਕੇ ਮਾਰਿਆ ਜਾਂਦਾ ਹੈ। ਸੋ ਇਹ ਇੱਕ ਅੱਡ ਸਟੋਰੀ ਹੈ, ਤੁਹਾਨੂੰ ਇਹ ਅੱਡ ਤੋਂ ਦੱਸਾਂਗੇ। ਸੋ ਇੰਦਰਾ ਗਾਂਧੀ ਮੌਤ ਹੋ ਗਈ ਤਕਰੀਬਨ 6 ਵਜੇ। ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ 'ਤੇ ਆਫੀਸ਼ੀਅਲ ਡਿਕਲੇਅਰ ਕੀਤਾ ਗਿਆ ਕਿ ਇੰਦਰਾ ਗਾਂਧੀ ਮਰ ਚੁੱਕੀ ਹੈ, ਉਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਦੇ ਜਿਹੜੇ ਬਾਡੀਗਾਰਡ ਸੀ ਸਤਵੰਤ ਸਿੰਘ ਅਤੇ ਬੇਅੰਤ ਸਿੰਘ, ਉਹਨਾਂ ਨੇ ਗੋਲੀ ਮਾਰਤੀ ਸਵੇਰੇ ਤਕਰੀਬਨ 9:30 ਵਜੇ ਜਾਂ 9:28 'ਤੇ। ਹੁਣ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ
कि ਜਦੋਂ ਸਤਵੰਤ ਸਿੰਘ ਨੂੰ ਕਾਬੂ ਕਰ ਲਿਆ ਉਹ ਤੋਂ ਪੁੱਛਗਿੱਛ ਹੋਈ ਤਾਂ ਕੇਹਰ ਸਿੰਘ ਦਾ ਨਾਮ ਸਾਹਮਣੇ ਆਇਆ ਜੋ ਬੇਅੰਤ ਸਿੰਘ ਦਾ ਫੁੱਫੜ ਸੀ। ਬੇਅੰਤ ਸਿੰਘ ਮੌਕੇ 'ਤੇ ਮਰ ਗਿਆ। ਉਸ ਤੋਂ ਕਈ ਸਾਲਾਂ ਬਾਅਦ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਈ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਇਹੋ ਜਿਹੇ ਬੰਦੇ ਤੇ ਕੇਸ ਦਰਜ ਹੋਇਆ ਪਰ ਉਹ ਬਾਇਜ਼ਤ ਬਰੀ ਹੋ ਗਿਆ। ਕਿਹਾ ਜਾਂਦਾ ਹੈ ਕਿ ਇਹ ਸਾਰਾ ਕੁਛ ਕਿਤੇ ਨਾ ਕਿਤੇ ਹੱਥ ਸੀ ਜਾਂ ਫਿਰ ਅਫਵਾਹ ਸੀ। ਉਹ ਅਫਸਰ 1984 ਦੇ ਵਿੱਚ IG ਦੀ ਪੋਸਟ ਤੋਂ ਰਿਟਾਇਰਮੈਂਟ 1984 ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਤਾਂ ਉਦੋਂ ਆਪਦਾ ਰਿਜ਼ਾਈਨ ਦੇ ਚੁੱਕਿਆ ਸੀ IG ਦੀ ਪੋਸਟ ਤੋਂ। ਉਹ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ। ਸਰਦਾਰ ਮਾਨ ਤੇ ਇੰਦਰਾ ਗਾਂਧੀ ਦੇ ਕਤਲ ਦਾ ਮੁਕੱਦਮਾ ਦਰਜ ਹੋਇਆ ਕਿ ਸਾਰੀ ਪਲਾਨਿੰਗ ਸਭ ਕੁਝ ਉਹਨਾਂ ਦਾ ਸੀ, ਪਰ ਸਰਕਾਰ ਇਹ ਸਾਬਤ ਨਹੀਂ ਕਰ ਸਕੀ, ਸੋ ਉਹਨਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ। ਸੋ ਕਿਤੇ ਨਾ ਕਿਤੇ ਲੋਕਾਂ ਦੇ ਸਰਕਾਰ ਦੇ ਦਿਮਾਗ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਸਵਾਲ ਸੀ। ਹੋਰ ਵੀ ਬੜੀਆਂ ਅਫਵਾਹਾਂ ਇੰਦਰਾ ਗਾਂਧੀ ਦੇ ਕਤਲ ਟਾਈਮ ਉੱਡੀਆਂ, ਪਰ ਜੇ ਅਸੀਂ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਾਂਗੇ ਤਾਂ ਤਕਰੀਬਨ 5-6 ਘੰਟੇ ਦੀ ਵੀਡੀਓ ਹੋ ਜੂਗੀ। ਸੋ ਅੱਜ ਇੰਨਾ ਕੁ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਊਗੀ। ਸੋ ਜੁੜੇ ਰਹੋ ਸਾਡਾ TV USA ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।